ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ। ਮੋਤੀ ਤਾਂ ਮੰਦਰ ਊਸਰਹਿ, ਰਤਨੀ ਤਾ ਹੋਇ ਜੜਾਓ। ਕਸਤੂਰ ਕੰਗੂ ਅਗਰ ਚੰਦਨ, ਲੀਪ ਆਵੈ ਚਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਮੋਤੀ ਤਾਂ ਮੰਦਰ ਊਸਰਹਿ, ਰਤਨੀ ਤਾ ਹੋਏ ਜੜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਔਰ ਹਾਲੇ ਤੱਕ ਆਪਾਂ ਸਤਿਗੁਰੂ ਜੀ ਦੇ ਇਸ ਪਾਵਨ ਸਰੂਪ ਦੇ ਪਹਿਲੇ 13 ਅੰਗਾਂ ਦੀ ਵਿਚਾਰ ਕਰ ਚੁੱਕੇ ਹਾਂ। ਪਹਿਲੇ 13 ਪਾਵਨ ਅੰਗਾਂ ਦੀ ਵਿਚਾਰ ਕਰਦਿਆਂ ਹਾਲੇ ਤੱਕ ਆਪਾਂ ਜਪਜੀ ਸਾਹਿਬ ਦੀ ਵਿਚਾਰ ਕੀਤੀ ਹੈ, ਸੋਦਰ ਦੇ ਸ਼ਬਦਾਂ ਦੀ ਵਿਚਾਰ ਕੀਤੀ, ਔਰ ਫਿਰ ਸੋਹਿਲਾ ਸਾਹਿਬ ਦੇ 5 ਸ਼ਬਦਾਂ ਦੀ ਵਿਚਾਰ ਕੀਤੀ। ਤੋ ਇੱਥੋਂ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਪਾਵਨ ਅੰਗ 14 ਤੋਂ ਵਿਚਾਰ ਆਰੰਭ ਕਰਨੀ ਹੈ। ਔਰ ਇਸ ਪਾਵਨ ਅੰਗ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਰਾਗ ਸ੍ਰੀ ਰਾਗ ਪ੍ਰਾਰੰਭ ਹੁੰਦਾ ਹੈ। ਤੋ ਆਓ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ 'ਤੇ ਅਰਦਾਸ ਕਰੀਏ। ਪਾਤਸ਼ਾਹ ਜੀ ਵਿੱਚ ਵਰਤ ਕੇ ਸਾਰੀ ਕਥਾ ਕਰਾਇਓ, ਕਿਉਂਕਿ ਸਾਨੂੰ ਸੋਝੀ ਨਹੀਂ ਕਿ ਆਪ ਜੀ ਦਾ ਵਿਖਿਆਨ ਕਰ ਸਕੀਏ, ਪਰ ਤੁਸੀਂ ਵਿੱਚ ਵਰਤੋ ਤਾਂ ਕੀ ਨਹੀਂ ਹੋ ਸਕਦਾ। ਇਸ ਕਰਕੇ ਆਪ ਰਹਿਮਤ ਕਰਿਓ, ਵਿੱਚ ਵਰਤ ਕੇ ਆਨੰਦ ਬਖਸ਼ ਕੇ ਸਾਰੀ ਵਿਚਾਰ ਕਰਾਇਓ। ਆਓ ਸਾਧ ਸੰਗਤ ਜਿੰਨੇ ਵੀ ਸਰੀਰ ਆਪਾਂ ਜੁੜ ਬੈਠੇ ਹਾਂ ਜਾਂ ਸੋਸ਼ਲ ਮੀਡੀਆ ਰਾਹੀਂ ਇਸ ਵਿਚਾਰ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ, ਆਓ ਸੁਰਤ ਸਤਿਗੁਰਾਂ ਦੇ ਚਰਨਾਂ 'ਤੇ ਜੋੜੀਏ ਔਰ ਰਸਨਾ ਇਸ ਪਾਵਨ ਨਾਮ ਦੇ ਨਾਲ ਪਵਿੱਤਰ ਕਰੀਏ ਔਰ ਸਾਰੇ ਆਪਣੇ ਮੁੱਖੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੋ ਇਸ ਪਾਵਨ ਅੰਗ ਤੋਂ ਅੱਜ ਸ੍ਰੀ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ, ਕਿਉਂਕਿ ਰਾਗ ਆਰੰਭ ਹੋ ਰਿਹਾ। ਇਸ ਕਰਕੇ ਸਤਿਗੁਰੂ ਜੀ ਨੇ ਪਹਿਲਾਂ ਮੰਗਲਾਚਰਨ ਉਚਾਰਨ ਕੀਤਾ ਹੈ। ਜਿਵੇਂ ਆਪਾਂ ਜਪਜੀ ਸਾਹਿਬ ਦੀ ਵਿਚਾਰ ਕਰਦਿਆਂ ਇਹ ਵਿਚਾਰ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪ੍ਰਾਰੰਭ ਕਰਨ ਲੱਗਿਆਂ ਵੀ ਮੰਗਲ ਉਚਾਰਨ ਕੀਤਾ ਗਿਆ ਔਰ ਉਸ ਵਕਤ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਕੀਤਾ ਗਿਆ ਹੈ। ਹੁਣ ਸ੍ਰੀ ਰਾਗ ਦੀ ਆਰੰਭਤਾ ਮਹਾਰਾਜ ਕਰ ਰਹੇ ਹਨ, ਹੁਣ ਵੀ ਮੰਗਲ ਉਚਾਰਨ ਕਰ ਰਹੇ ਹਨ, ਪਰ ਇੱਥੇ ਆਪ ਜੀ ਨੇ ਮੰਗਲਾਚਰਨ ਉਚਾਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਮ ਤੌਰ 'ਤੇ ਕੋਈ ਵੀ ਗ੍ਰੰਥ ਲਿਖਿਆ ਜਾਂਦਾ ਹੈ ਸਾਧ ਸੰਗਤ, ਔਰ ਜਿਹੜਾ ਵੀ ਉਸ ਕ੍ਰਿਤ ਦਾ ਕਰਤਾ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਮੰਗਲਾਚਰਨ ਉਚਾਰਨ ਕਰਦਾ ਹੈ। ਖਾਸ ਕਰਕੇ ਕੋਈ ਧਾਰਮਿਕ ਕ੍ਰਿਤ ਹੋਵੇ, ਉਹਦਾ ਮਤਲਬ ਹੁੰਦਾ ਵੀ ਆਪਣੇ ਇਸ਼ਟ ਦੀ ਅਸੀਸ ਲੈਣਾ। ਕਿਸੇ ਨੇ ਆਪਣਾ ਇਸ਼ਟ ਗਣੇਸ਼ ਨੂੰ ਮੰਨਿਆ,
ਕੋਈ ਸਰਸਵਤੀ ਦਾ ਮੰਗਲ ਉਚਾਰਨ ਕਰਦਾ ਹੈ, ਪਰ ਸਤਿਗੁਰੂ ਜੀ ਨੇ ਇੱਥੇ ਕਿਸੇ ਦੇਵੀ ਦੇਵਤੇ ਦਾ ਮੰਗਲ ਉਚਾਰਨ ਨਹੀਂ ਕੀਤਾ। ਮਹਾਰਾਜ ਨੇ ਉਸ ਵਾਹਿਗੁਰੂ ਜੀ ਇੱਕ ਪਰਮਾਤਮਾ ਦਾ ਮੰਗਲ ਉਚਾਰਨ ਕੀਤਾ ਹੈ। ਅਸੀਸ ਵਾਹਿਗੁਰੂ ਜੀ ਤੋਂ ਲਈ ਜਾ ਰਹੀ ਹੈ। ਇਸ ਕਰਕੇ ਮਹਾਰਾਜ ਜੀ ਮੰਗਲ ਉਚਾਰਨ ਕਰਦਿਆਂ ਇਹ ਬਖਸ਼ਿਸ਼ ਕਰਦੇ ਨੇ, ਇੱਕ ਓੰਕਾਰ। ਉਹ ਵਾਹਿਗੁਰੂ ਜੀ ਇੱਕ ਹਨ ਔਰ ਇੱਕ ਰਸ ਵਿਆਪਕ ਹਨ। ਸਤਿਗੁਰ ਪ੍ਰਸਾਦ ਜਿਹੜੇ ਵਾਹਿਗੁਰੂ ਜੀ ਇੱਕ ਹਨ, ਇੱਕ ਰਸ ਵਿਆਪਕ ਹਨ, ਉਹ ਵਾਹਿਗੁਰੂ ਜੀ ਫਿਰ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦੇ ਹਨ। ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਤੋ ਸ੍ਰੀ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ ਸਤ ਸੰਗਤ। ਥੋੜ੍ਹਾ ਜਿਹਾ ਇਸ ਰਾਗ ਦੇ ਬਾਰੇ ਥੋੜ੍ਹਾ ਜਿਹਾ ਆਪਾਂ ਜਾਣੀਏ ਸਤ ਸੰਗਤ। ਥੋੜ੍ਹੀ ਜਿਹੀ ਭੂਮਿਕਾ ਆਪ ਜੀ ਦੇ ਚਰਨਾਂ 'ਤੇ ਅਰਜ਼ ਕਰਾਂ। ਆਪਾਂ ਜਾਣਦੇ ਹਾਂ ਸਤ ਸੰਗਤ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਮੂਲ ਰੂਪ ਦੇ ਵਿੱਚ 31 ਰਾਗ ਆਉਂਦੇ ਹਨ। 31 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਗਈ ਹੈ ਔਰ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ। ਹਾਲਾਂਕਿ ਜਦੋਂ ਅਸੀਂ ਰਾਗਮਾਲਾ ਦਾ ਪਾਠ ਕਰਦੇ ਹਾਂ ਉਦੋਂ ਪ੍ਰਥਮ ਰਾਗ ਭੈਰੋ ਵੈ ਕਰਹੀ, ਉੱਥੇ ਭੈਰੋ ਨੂੰ ਪ੍ਰਥਮ ਰਾਗ ਆਖਿਆ ਹੈ। ਪਰ ਉੱਥੇ ਭੈਰੋ ਨੂੰ ਕਿਉਂ ਆਖਿਆ, ਉਹਦੀ ਵਿਚਾਰ ਆਪਾਂ ਰਾਗਮਾਲਾ ਦੀ ਵਿਚਾਰ ਕਰਦਿਆਂ ਕਰਾਂਗੇ, ਸਾਰੇ ਨੁਕਤੇ ਸਮਝਾਂਗੇ। ਪਰ ਟੂਕ ਮਾਤਰ ਇੱਥੇ ਜ਼ਰੂਰ ਅਰਜ਼ ਕਰਨੀ ਚਾਹੁੰਦਾ ਹੈ ਸਤ ਸੰਗਤ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਆਉਂਦਾ ਹੈ ਔਰ ਸ੍ਰੀ ਰਾਗ ਨੂੰ ਬਾਕੀ ਸਾਰੇ ਰਾਗਾਂ ਤੋਂ ਸ਼੍ਰੇਸ਼ਟ ਮੰਨਿਆ ਗਿਆ ਹੈ। ਵੈਸੇ ਗਾਉਣ ਦੇ ਵਿੱਚ ਵੀ ਬਾਕੀ ਸਾਰੇ ਰਾਗਾਂ ਦੇ ਵਿੱਚੋਂ ਇਹ ਸਭ ਤੋਂ ਔਖਾ ਰਾਗ ਹੈ, ਸਭ ਤੋਂ ਡਿਫੀਕਲਟ ਰਾਗ ਹੈ ਗਾਉਣ ਦੇ ਵਿੱਚ ਵੀ, ਔਰ ਵੈਸੇ ਵੀ ਬਾਕੀ ਰਾਗਾਂ ਦੇ ਵਿੱਚੋਂ ਇਹਨੂੰ ਸ਼੍ਰੇਸ਼ਟ ਮੰਨਿਆ ਗਿਆ ਹੈ। ਮਹਾਰਾਜ ਦੀ ਬਾਣੀ ਦਾ ਹੀ ਪਾਠ ਕਰੀਏ ਤਾਂ ਮਹਾਰਾਜ ਬਖਸ਼ਿਸ਼ ਕਰਦੇ ਹਨ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਸਾਰੇ ਰਾਗਾਂ ਤੋਂ ਸ਼੍ਰੇਸ਼ਟ ਰਾਗ ਹੈ ਸ੍ਰੀ ਰਾਗ। ਬਸ ਸ਼ਰਤ ਇਹ ਹੈ ਕਿ ਇਸ ਰਾਗ ਦੇ ਜਰੀਏ ਸੱਚ ਦੇ ਨਾਲ ਪ੍ਰੇਮ ਪੈਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਹੈ, ਕਹਿੰਦੇ ਪੰਛੀਅਨ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਕਹਿੰਦੇ ਜਿਵੇਂ ਪੰਛੀਆਂ ਦੇ ਵਿੱਚੋਂ ਹੰਸ ਨੂੰ ਸਿਰਮੌਰ ਮੰਨਿਆ ਗਿਆ ਹੈ, ਜਾਨਵਰਾਂ ਦੇ ਵਿੱਚੋਂ ਸ਼ੇਰ ਨੂੰ ਸਿਰਮੌਰ ਆਖਿਆ ਗਿਆ ਹੈ, ਇਸੇ ਪ੍ਰਕਾਰ ਪੱਥਰਾਂ ਦੇ ਵਿੱਚ ਪਾਰਸ ਨੂੰ ਸ੍ਰੇਸ਼ਟ ਮੰਨਿਆ ਹੈ। ਇਸੇ ਤਰ੍ਹਾਂ ਸਾਰੇ ਰਾਗਾਂ ਦੇ ਵਿੱਚੋਂ ਸ੍ਰੀ ਰਾਗ ਸ੍ਰੇਸ਼ਟ ਹੈ। ਤੋ ਸ੍ਰੀ ਰਾਗ ਸਿਰਮੌਰ ਰਾਗ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਭ ਤੋਂ ਪਹਿਲਾ ਰਾਗ ਇਹ ਦਰਜ ਕੀਤਾ ਗਿਆ ਮਹਾਰਾਜ ਦੇ ਵੱਲੋਂ। ਔਰ ਆਪਾਂ ਜਾਣਦੇ ਹਾਂ ਸਤ ਸੰਗਤ ਕਿ ਹਰ ਰਾਗ ਗਾਉਣ ਦਾ ਆਪੋ ਆਪਣਾ ਸਮਾਂ ਹੁੰਦਾ ਹੈ। ਕੋਈ ਰਾਗ ਕਿਸੇ ਸਮੇਂ ਗਾਇਆ ਜਾਂਦਾ, ਕੋਈ ਕਿਸੇ ਸਮੇਂ ਗਾਇਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸ੍ਰੀ ਰਾਗ ਹੈ ਇਹ ਰਾਤ ਦੇ ਪਹਿਲੇ ਪਹਿਰ ਗਾਉਣ ਵਾਲਾ ਰਾਗ ਹੈ, ਭਾਵ ਇਹ ਹਨੇਰੇ ਦਾ ਰਾਗ ਹੈ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਕਰਦੇ ਹਾਂ, ਵੇਖੋ ਕਿੰਨੀ ਕਮਾਲ ਦੀ ਲੜੀ ਮਹਾਰਾਜ ਨੇ ਬਣਾਈ। ਸਭ ਤੋਂ ਪਹਿਲਾ ਰਾਗ ਆਉਂਦਾ ਹੈ ਸ੍ਰੀ ਰਾਗ, ਜਿਹੜਾ ਹਨੇਰੇ ਦਾ ਰਾਗ ਹੈ। ਫਿਰ ਪਾਠ ਕਰਦੇ ਜਾਓ 30ਵਾਂ ਰਾਗ ਆਏਗਾ ਪ੍ਰਭਾਤੀ ਰਾਗ, ਜਿਹੜਾ ਰਾਗ ਅੰਮ੍ਰਿਤ ਵੇਲੇ ਗਾਇਨ ਕੀਤਾ ਜਾਂਦਾ ਹੈ, ਭਾਵ ਪ੍ਰਭਾਤੀ ਰਾਗ ਚਾਨਣ ਦਾ ਰਾਗ ਹੈ। ਉਸ ਤੋਂ ਬਾਅਦ 31ਵਾਂ ਰਾਗ ਆਉਂਦਾ ਹੈ ਜੈਜਾਵੰਤੀ ਰਾਗ। ਜੈਜਾਵੰਤੀ ਰਾਗ ਦੇ ਅੰਦਰ ਕੇਵਲ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਹੀ ਆਉਂਦੀ ਹੈ। ਔਰ ਜੈਜਾਵੰਤੀ ਰਾਗ ਕਦੋਂ ਗਾਇਆ ਜਾਂਦਾ ਸੀ? ਜਦੋਂ ਕੋਈ ਰਾਜਾ ਆਪਣੇ ਖੋਏ ਹੋਏ ਹੱਕ ਵਾਪਸ ਲੈ ਲੈਂਦਾ ਹੈ ਔਰ ਜਿੱਤ ਜਾਂਦਾ ਹੈ, ਫਿਰ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੇ ਉਹਦੇ ਸਾਜੀ ਨੇ ਉਹ ਰਾਗ ਅਲਾਪਦੇ ਨੇ ਔਰ ਜਿਹੜਾ ਰਾਗ ਅਲਾਪਦੇ ਨੇ ਉਹਨੂੰ ਜੈਜਾਵੰਤੀ ਰਾਗ ਕਹਿੰਦੇ ਹਨ। ਤੋ ਜੈਜਾਵੰਤੀ ਜਿੱਤ ਦਾ ਰਾਗ ਹੈ। ਹੁਣ ਲੜੀ ਸਮਝਿਓ ਧਿਆਨ ਦੇ ਨਾਲ ਸਾਧ ਸੰਗਤ। ਪਹਿਲਾ ਰਾਗ ਸ੍ਰੀ ਰਾਗ, ਇਹ ਹਨੇਰੇ ਦਾ ਰਾਗ ਹੈ। 30ਵਾਂ ਰਾਗ ਪ੍ਰਭਾਤੀ ਰਾਗ, ਚਾਨਣ ਦਾ ਰਾਗ ਹੈ। 31ਵਾਂ ਰਾਗ ਜੈਜਾਵੰਤੀ ਰਾਗ, ਇਹ ਜਿੱਤ ਦਾ ਰਾਗ ਹੈ। ਸਤਿਗੁਰੂ ਜੀ ਪੂਰੀ ਖਲਕਤ ਨੂੰ ਇਹ ਸੰਦੇਸ਼ ਦੇ ਰਹੇ ਨੇ, ਭਾਈ ਹੋ ਸਕਦਾ ਤੇਰੇ ਜੀਵਨ ਅੱਜ ਜਿਹੜਾ ਹੈ ਉਹ ਹਨੇਰੇ ਦੇ ਵਿੱਚ ਹੋਵੇ, ਤੂੰ ਵਿਕਾਰਾਂ ਵਿੱਚ ਡੁੱਬਿਆ ਪਿਆ ਹੋਵੇ, ਮਾਇਆ ਦਾ ਹਨੇਰਾ ਪਸਰਿਆ ਪਿਆ ਹੋਵੇ। ਹੇ ਮਨੁੱਖ, ਤੇਰੇ ਜੀਵਨ ਦੀ ਸ਼ੁਰੂਆਤ ਹਨੇਰੇ 'ਚੋਂ ਹੀ ਹੋ ਰਹੀ ਹੋਵੇਗੀ, ਪਰ ਤੂੰ ਇਸ ਬਾਣੀ ਨਾਲ ਜੁੜੀ। ਇਹ ਬਾਣੀ ਤੈਨੂੰ ਹਨੇਰੇ ਤੋਂ ਚਾਨਣ ਤੱਕ ਲੈ ਜਾਏਗੀ, ਪ੍ਰਭਾਤੀ ਤੱਕ ਲੈ ਜਾਏਗੀ। ਔਰ ਜਿਸ ਦਿਨ ਤੇਰੇ ਜੀਵਨ ਦੇ ਵਿੱਚ ਚਾਨਣ ਆ ਗਿਆ, ਉਦਣ ਹੀ ਫਿਰ ਜਿੱਤ ਦੇ ਨਗਾਰੇ ਵੱਜਣਗੇ, ਤੂੰ ਜ਼ਿੰਦਗੀ ਨੂੰ ਜਿੱਤ ਕੇ ਜਾਏਗਾ। ਤੋ ਸ੍ਰੀ ਰਾਗ ਤੋਂ ਪ੍ਰਭਾਤੀ ਤੱਕ ਦਾ ਸਫ਼ਰ ਹੈ। ਔਰ ਜਿਸ ਦਿਨ ਅਸੀਂ ਪ੍ਰਭਾਤੀ ਤੱਕ ਪਹੁੰਚ ਗਏ, ਫਿਰ ਉਹ ਦਿਨ ਜੈਜਾਵੰਤੀ ਜਿੱਤ ਦੇ ਰਾਗ ਵੱਜਣਗੇ। ਇਹ ਕਿੰਨੀ ਕਮਾਲ ਦੀ ਲੜੀ ਸਤਿਗੁਰੂ ਜੀ ਨੇ ਦਿੱਤੀ ਹੈ। ਤੋ ਖੈਰ ਸਾਧ ਸੰਗਤ, ਪਹਿਲਾ ਰਾਗ ਸ੍ਰੀ ਰਾਗ, ਮਹਾਰਾਜ ਬਖਸ਼ਿਸ਼ ਕਰਦੇ ਨੇ ਰਾਗ ਸ੍ਰੀ ਰਾਗ।
ਮਹੱਲਾ ਪਹਿਲਾ। ਇੱਥੇ ਹੁਣ ਥੋੜ੍ਹਾ ਜਿਹਾ ਆਪਾਂ ਨਾਲ ਉਚਾਰਨ 'ਤੇ ਵੀ ਆਪਾਂ ਫੋਕਸ ਕਰਾਂਗੇ, ਕਿਉਂਕਿ ਕਈ ਵਾਰੀ ਉਚਾਰਨ ਦੇ ਵਿੱਚ ਆਪਾਂ ਗਲਤੀਆਂ ਕਰ ਦਿੰਦੇ ਹਾਂ। ਇਹ ਜਿੱਥੇ ਵਿਚਾਰ ਹੈ ਨਾਲ ਆਪਣੀ ਸੰਥਿਆ ਵੀ ਹੋਈ ਜਾਏਗੀ। ਇੱਥੇ ਤੁਸੀਂ ਦੇਖੋ, ਧਿਆਨ ਦੇ ਨਾਲ ਪੜ੍ਹੋ ਜਿਹੜੇ ਸਹਿਜ ਪਾਠ ਕਰਦੇ ਹਨ। ਇੱਥੇ ਪਹਿਲਾ ਸ਼ਬਦ 2 ਵਾਰੀ ਆਇਆ, ਇੱਕ ਵਾਰੀ ਅੱਖਰਾਂ ਦੇ ਵਿੱਚ ਤੇ ਇੱਕ ਵਾਰੀ ਅੰਕ ਦੇ ਵਿੱਚ। ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਪਹਿਲਾਂ ਅੱਖਰਾਂ ਦੇ ਵਿੱਚ ਪਾਇਆ ਗਿਆ ਹੈ, ਪੱਪਾ ਹਾਹੇ ਨੂੰ ਸਿਆਰੀ ਤੇ ਲੱਲੇ ਨੂੰ ਕੰਨਾ, ਫਿਰ ਅੰਕ ਦੇ ਵਿੱਚ ਪਾਇਆ ਗਿਆ। ਹੁਣ ਇੱਥੇ ਇਹ ਨਹੀਂ ਵੀ 2 ਵਾਰੀ ਉਚਾਰਨ ਕਰਨਾ, ਇੰਜ ਨਹੀਂ ਪੜ੍ਹਨਾ ਵੀ ਮਹੱਲਾ ਪਹਿਲਾ ਪਹਿਲਾ। ਇਹ ਮਹਾਰਾਜ ਨੇ 2 ਵਾਰੀ ਇਸ ਕਰਕੇ ਲਿਖਿਆ ਹੈ ਕਿਉਂਕਿ ਇੱਥੇ ਮਹਾਰਾਜ ਜੀ ਦੱਸਣਾ ਚਾਹੁੰਦੇ ਨੇ ਵੀ ਇਹਦਾ ਉਚਾਰਨ ਕਿਵੇਂ ਕਰਨਾ ਹੈ। ਮਤਾ ਕਿਤੇ ਕੋਈ ਸਿੱਖ ਇਹ ਪਹਿਲਾ ਦਾ ਉਚਾਰਨ ਗਲਤ ਕਰਦਾ ਰਹੇ, ਵੀ ਕਿਤੇ ਮਹਾਰਾਜ ਕੇਵਲ ਅੰਕ ਹੀ ਪਾ ਦਿੰਦੇ ਤੇ ਅਸੀਂ ਭੁੱਲ ਕੇ ਅਸੀਂ ਇੰਜ ਉਚਾਰਨ ਕਰਨ ਲੱਗ ਪੈਂਦੇ ਜੀ ਮਹੱਲਾ 1, ਮਹੱਲਾ 2, ਮਹੱਲਾ 3। ਮਹਾਰਾਜ ਕਹਿੰਦੇ ਨਹੀਂ ਨਹੀਂ, ਜਾਂ ਅਸੀਂ ਭੁੱਲ ਕੇ ਇੰਜ ਉਚਾਰਨ ਕਰ ਦਿੰਦੇ ਮਹੱਲਾ ਪਹਿਲੀ, ਮਹੱਲਾ ਦੂਜੀ, ਮਹੱਲਾ ਤੀਜੀ। ਮਹਾਰਾਜ ਨੇ ਅੱਖਰਾਂ ਵਿੱਚ ਪਾ ਕੇ ਵੀ ਇਹ ਦੱਸ ਦਿੱਤਾ ਵੀ ਇਹ ਉਚਾਰਨ ਕਿਵੇਂ ਕਰਨਾ ਹੈ। ਇਹਦਾ ਉਚਾਰਨ ਮਹੱਲਾ 1, ਮਹੱਲਾ 2 ਨਹੀਂ ਕਰਨਾ, ਇਹਦਾ ਉਚਾਰਨ ਕਰਨਾ ਹੈ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨਾਵਾਂ। ਇਸ ਤਰ੍ਹਾਂ ਉਚਾਰਨ ਕਰਨਾ ਹੈ ਸਾਧ ਸੰਗਤ। ਔਰ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਨਿਯਮ ਚੱਲੇਗਾ, ਉਹ ਧਿਆਨ ਨਾਲ ਸੁਣਿਓ ਸਾਧ ਸੰਗਤ। ਕਈ ਥਾਵਾਂ 'ਤੇ ਇਸ ਤਰ੍ਹਾਂ 2 ਵਾਰੀ ਆਏਗਾ, ਜਿਵੇਂ ਇੱਥੇ ਹੁਣ ਅੱਖਰਾਂ ਵਿੱਚ ਵੀ ਪਾਇਆ, ਅੰਕ ਵਿੱਚ ਵੀ ਪਾਇਆ। ਇਸ ਤਰ੍ਹਾਂ ਅੱਗੇ ਜਾ ਕੇ ਵੀ ਕਈ ਥਾਵਾਂ 'ਤੇ ਆਏਗਾ, ਜ਼ਿਆਦਾਤਰ ਨਹੀਂ ਆਉਂਦਾ ਪਰ ਕੁਝ ਥਾਵਾਂ 'ਤੇ ਆਏਗਾ। ਔਰ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਯਮ ਚੱਲੇਗਾ ਸਾਧ ਸੰਗਤ ਕਿ ਜਦੋਂ ਤਾਂ ਮਹੱਲਾ ਤੋਂ ਬਾਅਦ ਪਹਿਲਾਂ ਅੱਖਰਾਂ ਦੇ ਵਿੱਚ ਪਾਇਆ ਗਿਆ ਪਹਿਲਾ ਜਾਂ ਜਿਹੜਾ ਵੀ ਅੰਕ ਦਿੱਤਾ ਹੋਊਗਾ, ਜਦੋਂ ਅੱਖਰਾਂ ਵਿੱਚ ਪਹਿਲਾਂ ਆਊਗਾ ਤੇ ਅੰਕ ਦੇ ਵਿੱਚ ਬਾਅਦ ਵਿੱਚ ਦਿੱਤਾ ਗਿਆ, ਉਦੋਂ ਇਹਦਾ ਉਚਾਰਨ ਇੱਕ ਹੀ ਕਰਨਾ ਹੈ, ਮਤਲਬ ਇੱਕ ਵਾਰੀ ਬੋਲਣਾ ਇਹਨੂੰ ਮਹੱਲਾ ਪਹਿਲਾ। ਪਰ ਜੇ ਕਿਤੇ ਅੰਕ ਪਹਿਲਾਂ ਆ ਗਿਆ ਤੇ ਅੱਖਰਾਂ ਦੇ ਵਿੱਚ ਬਾਅਦ ਵਿੱਚ ਪਾਇਆ ਗਿਆ, ਉਦੋਂ ਇਹਦਾ ਉਚਾਰਨ 2 ਵਾਰੀ ਕਰਨਾ ਹੈ, ਉਦੋਂ ਫਿਰ ਮਹੱਲਾ ਪਹਿਲਾ ਪਹਿਲਾ ਕਰਕੇ ਬੋਲਾਂਗੇ। ਪਰ ਇੱਥੇ ਅੱਖਰਾਂ ਵਿੱਚ ਪਹਿਲਾ ਆਇਆ ਹੈ, ਫਿਰ ਅੰਕ ਦੇ ਵਿੱਚ ਇੱਕ ਪਾਇਆ ਗਿਆ ਹੈ, ਤਾਂ ਇੱਥੇ ਇਹਦਾ ਉਚਾਰਨ ਹੋਏਗਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਇਸ ਤਰ੍ਹਾਂ ਉਚਾਰਨ ਹੋਏਗਾ। ਤਾਂ ਰਾਗ ਸ੍ਰੀ ਰਾਗ ਹੈ। ਮਹੱਲਾ ਦਾ ਅਰਥ ਹੁੰਦਾ ਹੈ, ਆਪਾਂ ਪਿੱਛੇ ਵਿਚਾਰ ਚੁੱਕੇ ਹਾਂ ਇਹਦੇ ਕਾਫੀ ਅਰਥ। ਇੱਕ ਕਾਮਨ ਇਹਦਾ ਅਰਥ ਹੈ ਸਰੀਰ। ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਰੀਰ, ਪਹਿਲੇ ਪਾਤਸ਼ਾਹ ਦੀ ਬਾਣੀ ਘਰ ਪਹਿਲਾ। ਇਹ ਘਰ ਦਾ ਸੰਬੰਧ ਗਾਉਣ ਦੇ ਨਾਲ ਹੈ ਸਾਧ ਸੰਗਤ। ਇਹ ਘਰ ਧੁਨਾਂ ਵਾਸਤੇ, ਰਾਗਾਂ ਵਾਸਤੇ, ਤਾਲਾਂ ਵਾਸਤੇ ਇਹ ਆਉਂਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ 1 ਤੋਂ ਲੈ ਕੇ 17 ਘਰ ਵਰਤੇ ਗਏ ਨੇ। ਭਾਵ 1 ਤੋਂ ਲੈ ਕੇ 17 ਘਰ ਦੇ ਵਿੱਚ ਰਹਿ ਕੇ ਸ਼ਬਦ ਗਾਉਣ ਦੀ ਹਦਾਇਤ ਮਹਾਰਾਜ ਨੇ ਕੀਤੀ ਹੈ। ਤੋ ਇਹ ਸ਼ਬਦ ਪਹਿਲੇ ਘਰ ਵਿੱਚ ਗਾਇਨ ਕੀਤਾ ਗਿਆ ਹੈ। ਪਹਿਲੇ ਪਾਤਸ਼ਾਹ ਦਾ ਬਚਨ ਹੈ, ਰਾਗ ਸ੍ਰੀ ਰਾਗ ਹੈ। ਤੋ ਇਸ ਸ਼ਬਦ ਦੀ ਆਰੰਭਤਾ ਮਹਾਰਾਜ ਜੀ ਕਰਦੇ ਹਨ ਜੀ। ਮੋਤੀ ਤਾ ਮੰਦਰ ਊਸ ਰਹੇ, ਰਤਨੀ ਤਾ ਹੋਏ ਜੜਾਓ। ਇੱਥੇ ਹੁਣ ਉਚਾਰਨ ਦਾ ਧਿਆਨ ਦਿਓ। ਮੋਤੀ ਤਾਂ ਮੰਦਰ ਊਸ ਰਹੇ, ਇੱਥੇ ਤੱਤਾ ਮੁਕਤਾ ਹੈ ਨਾ, ਤਾਂ ਇਹਨੂੰ ਪੜਾਂਗੇ ਮੋਤੀ ਤਾਂ ਮੰਦਰ ਊਸ ਰਹੇ, ਰਤਨੀ ਤਾਂ ਹੋਏ ਜੜਾਓ। ਹੁਣ ਇਹ ਸ਼ਬਦ ਦੇ ਸੰਬੰਧ ਵਿੱਚ ਉਥਾਨਕਾ ਵੀ ਜਾਂ ਸਾਧ ਸੰਗਤ ਜਨਮ ਸਾਖੀਆਂ ਦੇ ਵਿੱਚ ਮਿਲਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਗਨਨਾਥਪੁਰੀ ਦੀ ਧਰਤੀ ਤੇ ਪਹੁੰਚਦੇ ਹਨ। ਆਪਾਂ ਜਾਣਦੇ ਹਾਂ ਕਿ ਉਸ ਧਰਤੀ ਤੇ ਸਤਿਗੁਰੂ ਜੀ ਨੇ ਆਰਤੀ ਉਚਾਰਨ ਕੀਤੀ, ਉਪਦੇਸ਼ ਦਿੱਤਾ ਹੈ। ਔਰ ਉਸ ਤੋਂ ਬਾਅਦ ਸਤਿਗੁਰੂ ਜੀ ਆਰਤੀ ਦਾ ਉਪਦੇਸ਼ ਦੇਣ ਤੋਂ ਬਾਅਦ ਜਿੱਥੇ ਗੁਰਦੁਆਰਾ ਮੰਗੂ ਮੱਠ ਵੀ ਬਣਿਆ ਸੀ, ਅੱਜ ਕੱਲ੍ਹ ਇਸ ਜ਼ਾਲਮ ਹਕੂਮਤ ਨੇ ਉਹਨੂੰ ਢਵਾ ਦਿੱਤਾ। ਤੋ ਉੱਥੋਂ ਚੱਲ ਕੇ ਮਹਾਰਾਜ ਜੀ ਉਸੇ ਜਗਨਨਾਥਪੁਰੀ ਦੀ ਧਰਤੀ ਤੇ ਹੀ ਸਮੁੰਦਰ ਦੇ ਕੰਢੇ ਤੇ ਬੈਠ ਜਾਂਦੇ ਹਨ। ਭਾਈ ਮਰਦਾਨਾ ਜੀ ਨਾਲ ਹਨ। ਸਤਿਗੁਰੂ ਜੀ ਸਮਾਧੀ ਲਾ ਕੇ ਬੈਠੇ ਹਨ, ਨੇਤਰ ਬੰਦ ਨੇ। ਕਹਿੰਦੇ ਸਮਾਂ ਲੰਘਿਆ ਤੇ ਬੜੀ ਤੇਜ਼ ਹਨੇਰੀ ਉੱਠਦੀ ਹੈ। ਔਰ ਸਤਿਗੁਰੂ ਜੀ ਕੀ ਦੇਖਦੇ ਹਨ, ਭਾਈ ਮਰਦਾਨਾ ਜੀ ਵੀ ਦੇਖਦੇ ਹਨ ਕਿ ਕੋਈ ਬੜੇ ਭਿਆਨਕ ਰੂਪ ਵਾਲਾ ਸਾਹਮਣੇ ਪ੍ਰਗਟ ਹੁੰਦਾ ਹੈ। ਜਨਮ ਸਾਖੀਆਂ ਦੇ ਵਿੱਚ ਲਿਖਿਆ ਵੀ ਇਹ ਕਲਯੁਗ ਬੜਾ ਭਿਆਨਕ ਰੂਪ ਧਾਰ ਕੇ ਸਤਿਗੁਰੂ ਜੀ ਦੇ ਸਾਹਮਣੇ ਆਉਂਦਾ। ਜਦੋਂ ਇਹ ਕਲਯੁਗ ਬੜਾ ਭਿਆਨਕ ਰੂਪ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਇਆ ਤੇ ਕਲਯੁਗ ਗੁਰੂ ਨਾਨਕ ਸਾਹਿਬ ਦੇ ਸਨਮੁਖ ਖਲੋ ਕਰਕੇ ਇਹ ਬੇਨਤੀ ਕਰਦਾ ਹੈ ਕਿ ਹੇ ਪਾਤਸ਼ਾਹ, ਤੁਸੀਂ ਮੇਰੇ ਯੁੱਗ ਦੇ ਵਿੱਚ ਅਵਤਾਰ ਧਾਰਿਆ ਹੈ, ਇਸ ਕਰਕੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਮਹਿਲ ਮਾੜੀਆਂ, ਮੋਤੀ ਹੀਰੇ, ਪਦਾਰਥ, ਸੋਹਣੀਆਂ ਇਸਤਰੀਆਂ, ਰਿੱਧੀਆਂ ਸਿੱਧੀਆਂ, ਇਹ ਸਾਰਾ ਕੁਝ ਮੇਰੇ ਅਧੀਨ ਹੈ ਤੇ ਮੈਂ ਤੁਹਾਨੂੰ ਅਰਪਿਤ ਕਰਨਾ ਚਾਹੁੰਦਾ। ਇਹ ਮੇਰੀ ਸੁਗਾਤ ਮੇਰੇ ਵੱਲੋਂ ਪ੍ਰਵਾਨ ਕਰੋ।
ਹੁਣ ਕਲਯੁਗ ਇਹ ਚਾਹੁੰਦਾ ਸੀ ਕਿ ਜੇ ਦੁਨੀਆ ਦੇ ਜਗਤ ਗੁਰੂ ਨੂੰ ਮੈਂ ਆਪਣੇ ਪ੍ਰਭਾਵ ਹੇਠ ਕਰ ਲਿਆ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਤਾਂ ਦੁਨੀਆ ਨੂੰ ਮੇਰੇ ਪ੍ਰਭਾਵ ਤੋਂ ਬਚਾ ਰਹੇ ਨੇ, ਇਹ ਤਾਂ ਮਾਇਆ ਤੋਂ ਨਿਰਲੇਪ ਕਰ ਰਹੇ ਨੇ, ਇਸ ਤਰ੍ਹਾਂ ਕਿਵੇਂ ਗੱਡੀ ਚੱਲੂਗੀ। ਇਸ ਕਰਕੇ ਕਲਯੁਗ ਸੋਚਦਾ ਹੈ ਕਿ ਜੇ ਮੈਂ ਦੁਨੀਆ ਦੇ ਗੁਰੂ ਨੂੰ ਹੀ ਆਪਣੇ ਪ੍ਰਭਾਵ ਹੇਠ ਕਰ ਲਿਆ ਤਾਂ ਇਹਨਾਂ ਦਾ ਉਪਦੇਸ਼ ਕਿਸੇ ਤੇ ਅਸਰ ਹੀ ਨਹੀਂ ਕਰਨਾ। ਇਸ ਕਰਕੇ ਉਹ ਮਾਇਆ ਦਾ ਪ੍ਰਭਾਵ ਪਾਉਣਾ ਚਾਹੁੰਦਾ ਹੈ। ਚਲੋ ਠੀਕ ਹੈ, ਸਾਧ ਸੰਗਤ ਤੇ ਸਾਖੀ ਇਸ ਤਰ੍ਹਾਂ ਸੁਣਾਈ ਜਾਂਦੀ ਹੈ, ਪਰ ਇਹਦੇ ਦੇ ਵਿੱਚੋਂ ਆਪਾਂ ਬੜੇ ਅੰਤਰੀਵ ਭਾਵ ਸਮਝਣੇ। ਸਾਧ ਸੰਗਤ, ਜਦੋਂ ਕਲਯੁਗ ਇਸ ਤਰ੍ਹਾਂ ਕਹਿੰਦਾ ਵੀ ਮੇਰੇ ਵੱਲੋਂ ਇਹ ਸੁਗਾਤਾਂ ਪ੍ਰਵਾਨ ਕਰੋ, ਤੇ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਉਚਾਰਿਆ ਜਿਹਦੀ ਵਿਚਾਰ ਆਪਾਂ ਹੁਣ ਕਰ ਰਹੇ ਹਾਂ। ਤੋ ਇਹ ਸਾਧ ਸੰਗਤ ਸਮਝਣਾ ਕਰਿਓ ਇਹਦੇ ਅੰਤਰੀਵ ਭਾਵ ਕੀ ਹੈ, ਕਲਯੁਗ ਦਾ ਅਰਥ ਕੀ ਹੈ। ਵੈਸੇ ਤਾਂ ਮਹਾਰਾਜ ਨੇ ਬਾਣੀ ਦੇ ਵਿੱਚ ਸਪਸ਼ਟ ਤੌਰ ਤੇ ਇਹ ਗੱਲ ਆਖੀ ਹੈ ਕਿ ਮੀਠੇ ਕੋ ਕੌੜਾ ਕਹੇ ਕੜਵੇ ਕੋ ਮੀਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਜਿੱਥੇ ਮਿੱਠੇ ਨੂੰ ਕੌੜਾ ਆਖਿਆ ਜਾਵੇ, ਕੌੜੇ ਨੂੰ ਮਿੱਠਾ ਆਖਿਆ ਜਾਵੇ, ਰੰਗ ਰਤੜੇ ਨੂੰ ਅੱਤਵਾਦੀ ਆਖਿਆ ਜਾਵੇ, ਔਰ ਜਿਹੜੇ ਅਸਲ ਅੱਤਵਾਦੀ ਹੁੰਦੇ ਉਹਨਾਂ ਨੂੰ ਸੱਤਵਾਦੀ ਕਹਿ ਕੇ ਪੇਸ਼ ਕੀਤਾ ਜਾਵੇ, ਇਹਨੂੰ ਹੀ ਕਲਯੁਗ ਕਹਿੰਦੇ ਨੇ। ਸਾਧ ਸੰਗਤ, ਆਮ ਤੌਰ 'ਤੇ ਹੀ ਕਲਯੁਗ ਹੁੰਦਾ ਹੈ। ਔਰ ਕਲਯੁਗ ਦਾ ਅਰਥ ਕੀ ਹੁੰਦਾ ਹੈ ਕਿ ਜਦੋਂ ਮਨੁੱਖ ਮਾਇਆ ਦੇ ਵਿੱਚ ਗਲਤਾਨ ਹੋ ਜਾਵੇ ਤੇ ਰੱਬ ਨੂੰ ਭੁੱਲ ਜਾਵੇ, ਜਦੋਂ ਇਹ ਹਾਲਾਤ ਬਣ ਜਾਣ, ਇਹਨੂੰ ਹੀ ਕਹਿੰਦੇ ਵੀ ਕਲਯੁਗ ਵਿਆਪ ਗਿਆ। ਤੋ ਇੱਥੇ ਮਹਾਰਾਜ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਜਦੋਂ ਮਨੁੱਖ ਮਾਇਆ ਦੇ ਪ੍ਰਭਾਵ ਦੇ ਹੇਠ ਹੋ ਜਾਂਦਾ ਹੈ, ਮਾਇਆ ਦੇ ਅਧੀਨ ਹੋ ਜਾਂਦਾ ਹੈ, ਸਮਝੋ ਉਹਦੇ ਤੇ ਕਲਯੁਗ ਦਾ ਪ੍ਰਭਾਵ ਆ ਗਿਆ। ਪਰ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਸੁਚੇਤ ਕਰਦੇ ਨੇ ਕਿ ਪਦਾਰਥਾਂ ਦੇ ਵਿੱਚ ਰਹੋ, ਪਰ ਵੇਖੋ ਕਿਤੇ ਮਾਇਆ ਦੇ ਅਧੀਨ ਨਾ ਹੋ ਜਾਇਓ। ਤੋ ਇਸ ਸ਼ਬਦ ਦੇ ਵਿੱਚ ਸਾਨੂੰ 4 ਪ੍ਰਕਾਰ ਦੀ ਮਾਇਆ ਦਾ ਜ਼ਿਕਰ ਮਿਲੇਗਾ। ਸਾਧ ਸੰਗਤ, ਵੈਸੇ ਮਾਇਆ ਬੜੇ ਪ੍ਰਕਾਰ ਦੀ ਹੁੰਦੀ ਹੈ। ਮਾਇਆ ਦਾ ਅਰਥ ਹੀ ਇਹ ਹੁੰਦਾ ਹੈ ਕਿ ਹਰ ਉਹ ਵਸਤੂ ਜਿਹਨੂੰ ਵੇਖ ਕੇ ਰੱਬ ਭੁੱਲ ਜਾਵੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਿਹਨੂੰ ਵੇਖ ਕੇ ਰੱਬ ਭੁੱਲ ਜਾਵੇ ਉਹਨੂੰ ਮਾਇਆ ਕਹਿੰਦੇ ਨੇ। ਭਾਵੇਂ ਉਹ ਪਰਿਵਾਰ ਹੋਵੇ, ਪੈਸਾ ਹੋਵੇ, ਮਕਾਨ ਹੋਵੇ, ਕਾਰਾਂ ਹੋਣ, ਕੁਝ ਵੀ ਹੋਵੇ, ਜਿਹਨੂੰ ਵੇਖ ਕੇ ਰੱਬ ਭੁੱਲੇ ਉਹਨੂੰ ਮਾਇਆ ਕਹਿੰਦੇ ਨੇ। ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਮੋਟੇ ਰੂਪ ਦੇ ਵਿੱਚ 4 ਪ੍ਰਕਾਰ ਦੀ ਮਾਇਆ ਦਾ ਜ਼ਿਕਰ ਕੀਤਾ ਹੈ। ਪਹਿਲੇ ਨੰਬਰ ਤੇ ਮਹਾਰਾਜ ਜੀ ਨੇ ਜੜ ਮਾਇਆ ਦਾ ਜ਼ਿਕਰ ਕੀਤਾ ਹੈ। ਦੂਸਰੇ ਪਦੇ ਵਿੱਚ ਮਹਾਰਾਜ ਜੀ ਨੇ ਚੇਤਨ ਮਾਇਆ ਦਾ ਜ਼ਿਕਰ ਕੀਤਾ ਹੈ। ਫਿਰ ਈਸ਼ਵਰੀਏ ਮਾਇਆ ਦਾ ਜ਼ਿਕਰ ਹੋਏਗਾ, ਫਿਰ ਰਾਜਸੀ ਮਾਇਆ ਦਾ ਜ਼ਿਕਰ ਹੋਏਗਾ। ਜੜ ਮਾਇਆ ਦਾ ਅਰਥ ਕੀ ਹੈ? ਜੜ ਮਾਇਆ ਦਾ ਅਰਥ ਹੈ ਕਿ ਉਹ ਪਦਾਰਥ ਜਿਹੜੇ ਬਿਨਾਂ ਸਹਾਰੇ ਤੋਂ ਤੁਰ ਫਿਰ ਨਹੀਂ ਸਕਦੇ। ਜਿਵੇਂ ਮਕਾਨ ਹੋ ਗਏ, ਘਰ ਹੋ ਗਿਆ, ਕਾਰਾਂ ਗੱਡੀਆਂ ਹੋ ਗਈਆਂ, ਇਹ ਬਿਨਾਂ ਸਹਾਰੇ ਤੋਂ ਤਾਂ ਨਹੀਂ ਨਾ ਤੁਰ ਸਕਦੇ। ਸਾਧ ਸੰਗਤ, ਇਹਨੂੰ ਜੜ ਮਾਇਆ ਕਹਿੰਦੇ ਨੇ। ਫਿਰ ਚੇਤਨ ਮਾਇਆ ਹੁੰਦੀ ਹੈ ਵੀ ਜਿਹੜੀ ਤੁਰ ਫਿਰ ਸਕਦੀ ਹੈ, ਉਹ ਪਦਾਰਥ ਜਿਹੜਾ ਤੁਰ ਫਿਰ ਸਕਦਾ ਹੈ, ਜਿਵੇਂ ਪਰਿਵਾਰ ਹੋ ਗਿਆ, ਬੱਚੇ ਹੋ ਗਏ, ਇਸਤਰੀ ਹੋ ਗਈ। ਔਰ ਤੀਜੇ ਪ੍ਰਕਾਰ ਦੀ ਮਾਇਆ ਦਾ ਅਰਥ ਹੈ ਈਸ਼ਵਰੀਏ ਮਾਇਆ। ਭਾਵ ਜਦੋਂ ਅਸੀਂ ਜਪ ਤਪ ਕਰਦੇ ਹਾਂ, ਬੰਦਗੀ ਕਰਦੇ ਹਾਂ, ਕਈ ਵਾਰੀ ਕੀ ਹੁੰਦਾ ਵੀ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ, ਔਰ ਫਿਰ ਬੰਦਾ ਰਿੱਧੀਆਂ ਸਿੱਧੀਆਂ ਵਿੱਚ ਹੀ ਖਚਤ ਹੋ ਕੇ ਰੱਬ ਨੂੰ ਭੁੱਲ ਜਾਂਦਾ ਹੈ। ਉਸ ਵਕਤ ਫਿਰ ਉਹ ਰਿੱਧੀਆਂ ਸਿੱਧੀਆਂ ਹੀ ਮਾਇਆ ਬਣ ਜਾਂਦੀਆਂ ਨੇ। ਇਹਨੂੰ ਈਸ਼ਵਰੀਏ ਮਾਇਆ ਕਹਿੰਦੇ ਨੇ। ਫਿਰ ਚੌਥੇ ਪ੍ਰਕਾਰ ਦੀ ਮਾਇਆ ਹੈ ਰਾਜਸੀ ਮਾਇਆ। ਰਾਜਸੀ ਮਾਇਆ ਦਾ ਅਰਥ ਹੈ ਕਿ ਜਦੋਂ ਬੰਦੇ ਨੂੰ ਰਾਜ ਭਾਗ ਮਿਲ ਜਾਵੇ, ਔਰ ਜਿਸ ਵਕਤ ਇਹ ਰਾਜ ਤਖਤਾਂ ਤੇ ਬੈਠੇ ਉਦੋਂ ਇਹ ਰੱਬ ਨੂੰ ਭੁੱਲ ਜਾਵੇ, ਉਹਨੂੰ ਰਾਜਸੀ ਮਾਇਆ ਕਹਿੰਦੇ ਨੇ। ਜਾਂ ਕਿਸੇ ਰਾਜਸੀ ਬੰਦੇ ਨਾਲ ਇਹਦਾ ਲਿੰਕ ਬਣ ਜਾਵੇ, ਰਾਜਨੀਤਿਕ ਬੰਦੇ ਨਾਲ ਲਿੰਕ ਬਣ ਜਾਵੇ ਤੇ ਇਹਦੀ ਬੜੀ ਚੱਲਦੀ ਹੋਵੇ ਤੇ ਰੱਬ ਭੁੱਲ ਜਾਵੇ, ਇਹਨੂੰ ਰਾਜਸੀ ਮਾਇਆ ਕਹਿੰਦੇ ਨੇ। ਤੋ ਇਹ 4 ਪ੍ਰਕਾਰ ਦੀ ਮਾਇਆ ਦਾ ਜ਼ਿਕਰ ਮਿਲੇਗਾ। ਪਰ ਇਹਦੇ ਵਿੱਚ ਇੱਕ ਬੜਾ ਵੱਡਾ ਉਪਦੇਸ਼ ਸਤਿਗੁਰੂ ਜੀ ਸਾਨੂੰ ਦੇ ਰਹੇ ਹਨ। ਤੋ ਮਹਾਰਾਜ ਇਸ ਬਚਨ ਦੀ ਆਰੰਭਤਾ ਕਰਦੇ ਨੇ, ਮੋਤੀ ਤਮ ਅੰਦਰ ਉਸਰ ਹੈ। ਮਹਾਰਾਜ ਕਹਿੰਦੇ ਭਾਵੇਂ ਮੇਰੇ ਵਾਸਤੇ ਮੋਤੀਆਂ ਵਾਲੇ ਮੰਦਰ ਉਸਰ ਜਾਣ, ਰਤਨੀ ਤਾਂ ਹੋ ਹੈ ਜੜਾਓ, ਤੇ ਉਹਨਾਂ ਮਹੱਲਾਂ ਨੂੰ, ਉਹਨਾਂ ਮੰਦਰਾਂ ਨੂੰ ਰਤਨ ਜੜੇ ਹੋਣ। ਮਹਾਰਾਜ ਕਹਿੰਦੇ ਇੰਨੀ ਸਹੂਲਤ ਮਿਲ ਜਾਵੇ ਕਿ ਮੇਰੇ ਵਾਸਤੇ ਸੋਹਣੇ ਮੋਤੀਆਂ ਦੇ ਮਹੱਲ ਉਸਰ ਜਾਣ ਤੇ ਉਹਨਾਂ ਤੇ ਰਤਨ ਜੜੇ ਹੋਏ ਹੋਣ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ। ਹਾਂਜੀ, ਇੱਥੇ ਕੁੰਗੂ ਉਚਾਰਨ ਕਰਨਾ ਹੈ, ਕੰਗੂ ਉਚਾਰਨ ਨਹੀਂ ਕਰਨਾ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ। ਮਹਾਰਾਜ ਕਹਿੰਦੇ ਨੇ ਕੁੰਗੂ ਦਾ ਅਰਥ ਹੈ ਕੇਸਰ। ਮਹਾਰਾਜ ਕਹਿੰਦੇ ਇੱਕ ਤਾਂ ਸੋਹਣੇ ਮਕਾਨ ਖੜੇ ਹੋ ਜਾਣ ਰਤਨਾਂ ਨਾਲ ਜੜੇ ਹੋਏ, ਦੂਜਾ ਉਹਦੇ ਤੇ ਕਸਤੂਰੀ ਕੇਸਰ ਦਾ ਔਰ ਊਂਦ ਲੱਕੜ ਜਿਹੜੀ ਬੜੀ ਸੁਗੰਧੀ ਵਾਲੀ ਲੱਕੜ ਹੁੰਦੀ ਹੈ,
ਚੰਦਨ ਹੋ ਗਿਆ, ਇਹ ਸਾਰੀਆਂ ਸੁਗੰਧੀ ਭਰੀਆਂ ਚੀਜ਼ਾਂ ਦਾ ਲੇਪਨ ਕੀਤਾ ਹੋਵੇ ਔਰ ਮਨ ਵਿੱਚ ਬੜਾ ਚਾਅ ਉੱਠਦਾ ਹੋਵੇ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਮਹਾਰਾਜ ਕਹਿੰਦੇ ਭਾਵੇਂ ਇੰਨੀਆਂ ਸਹੂਲਤਾਂ ਮਿਲ ਜਾਣ ਪਰ ਸਭ ਵਿਅਰਥ ਨੇ, ਕਿਉਂਕਿ ਮੈਨੂੰ ਇਹੀ ਗੱਲ ਦੀ ਪਰਵਾਹ ਹੈ ਕਿ ਮਤਾ ਵਾਹਿਗੁਰੂ ਜੀ ਕਿਤੇ ਤੁਸੀਂ ਮੈਨੂੰ ਭੁੱਲ ਨਾ ਜਾਓ, ਕਿਤੇ ਤੁਹਾਡੀ ਯਾਦ ਨਾ ਵਿਸਰ ਜਾਵੇ। ਇਹ ਨਾ ਹੋਵੇ ਕਿ ਇਹਨਾਂ ਪਦਾਰਥਾਂ ਵਿੱਚ ਰਹਿ ਕੇ ਤੁਹਾਡਾ ਨਾਮ ਮੇਰੇ ਚਿੱਤ 'ਚ ਵਸੇ ਹੀ ਨਾ। ਹੁਣ ਵੇਖੋ ਇਸ ਪਦੇ ਦੇ ਵਿੱਚ ਜੜ ਮਾਇਆ ਦਾ ਜ਼ਿਕਰ ਹੋ ਰਿਹਾ ਨਾ, ਮਹੱਲਾਂ ਦਾ ਜ਼ਿਕਰ ਹੋ ਰਿਹਾ। ਹੁਣ ਇੱਥੋਂ ਇੱਕ ਗੱਲ ਇਹ ਵੀ ਸਮਝਣ ਦੀ ਲੋੜ ਹੈ ਸਾਧ ਸੰਗਤ, ਮਹਾਰਾਜ ਜੀ ਸਾਨੂੰ ਪਦਾਰਥਾਂ ਤੋਂ ਦੂਰ ਨਹੀਂ ਕਰ ਰਹੇ। ਮਹਾਰਾਜ ਇਹ ਨਹੀਂ ਕਹਿੰਦੇ ਵੀ ਤੁਸੀਂ ਮਕਾਨ ਨਹੀਂ ਬਣਾਉਣੇ, ਜਾ ਕੇ ਰੜੇ ਮੈਦਾਨਾਂ ਤੇ ਰਹੋ, ਨਹੀਂ ਨਹੀਂ। ਮਹਾਰਾਜ ਕਹਿੰਦੇ ਪਦਾਰਥ ਮੁਬਾਰਕ ਨੇ ਪਰ ਪ੍ਰਵਾਹ ਪਦਾਰਥਾਂ ਦੀ ਨਹੀਂ ਹੋਣੀ ਚਾਹੀਦੀ। ਤੁਹਾਨੂੰ ਹਰ ਵਕਤ ਪ੍ਰਵਾਹ ਇਹ ਹੋਣੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਪਦਾਰਥ ਤਾਂ ਦੇ ਦਿੱਤੇ ਪਰ ਕਿਰਪਾ ਕਰੀ ਵੇਖੀ ਕਿਤੇ ਨਾ ਪਦਾਰਥਾਂ ਵਿੱਚ ਰਹਿ ਕੇ ਤੂੰ ਨਾ ਭੁੱਲ ਜਾਵੇਂ। ਇਹ ਨਾ ਹੋਵੇ ਵੀ ਤੇਰਾ ਨਾਮ ਹੀ ਚਿੱਤ ਵਿੱਚ ਵਸੇ ਹੀ ਨਾ। ਤੋ ਇਹ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਹਰ ਬਿਨ ਜਿਉ ਜਲ ਬਲ ਜਾਉ। ਹੁਣ ਕਲਯੁਗ ਦਾ ਪ੍ਰਭਾਵ ਜਦੋਂ ਹੁੰਦਾ ਹੈ ਨਾ ਸਾਧ ਸੰਗਤ, ਕਲਯੁਗ ਦੇ ਪ੍ਰਭਾਵ ਦਾ ਅਰਥ ਹੈ ਕਿ ਜਦੋਂ ਮਨੁੱਖ ਇਹ ਸਮਝ ਲਵੇ ਕਿ ਮੇਰਾ ਆਸਰਾ ਪਦਾਰਥ ਹੈ, ਮੈਨੂੰ ਸੁੱਖ ਤਾਂ ਪਦਾਰਥ ਹੀ ਦੇ ਸਕਦੇ ਨੇ, ਇਸਤਰੀ ਦੇ ਸਕਦੀ ਆ, ਮਹੱਲ ਦੇ ਸਕਦੇ ਨੇ, ਬੜਾ ਪ੍ਰਾਪਰਟੀ ਤੇ ਪੈਸੇ ਮੇਰੇ ਕੋਲ ਹੋਣਗੇ ਨਾ, ਮੈਂ ਉਦੋਂ ਹੀ ਅੰਦਰੋਂ ਸੁਖੀ ਤੇ ਸ਼ਾਂਤ ਰਵਾਂਗਾ। ਜਦੋਂ ਮਨੁੱਖ ਨੂੰ ਇਹ ਭਰਮ ਪੈ ਜਾਵੇ ਸਮਝੋ ਉਹਨੂੰ ਕਲਯੁਗ ਵਿਆਪ ਗਿਆ ਹੈ। ਪਰ ਮਹਾਰਾਜ ਸਾਨੂੰ ਇਸ ਪ੍ਰਭਾਵ ਤੋਂ ਬਚਾਉਣ ਵਾਸਤੇ ਸਾਨੂੰ ਇਹ ਉਪਦੇਸ਼ ਕਰਦੇ ਨੇ, ਭਾਈ ਇੱਕ ਗੱਲ ਯਾਦ ਰੱਖਿਓ, ਇਹ ਨਾ ਸੋਚੋ ਵੀ ਪਦਾਰਥ ਲੈ ਕੇ ਤੁਸੀਂ ਅੰਦਰੋਂ ਸ਼ਾਂਤ ਰਹੋਗੇ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੀ ਯਾਦ ਨਹੀਂ, ਹਰ ਬਿਨ ਜੀਓ ਜਲ ਬਲ ਜਾਓ। ਇੱਕ ਵਾਹਿਗੁਰੂ ਤੋਂ ਬਿਨਾ ਸਾਡੀ ਜਿੰਦ ਜਿਹੜੀ ਹੈ ਉਹ ਸੜਦੀ ਤੇ ਬਲਦੀ ਹੀ ਰਹੇਗੀ, ਇਹ ਸੜ ਬਲ ਜਾਵੇਗੀ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਮਹਾਰਾਜ ਕਹਿੰਦੇ ਇਹ ਨਾ ਸੋਚੋ ਵੀ ਇਹ ਪਦਾਰਥ ਤੁਹਾਡੇ ਵਾਸਤੇ ਆਸਰਾ ਬਣ ਜਾਣਗੇ। ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਤੋਂ ਪੁੱਛ ਕੇ ਦੇਖ ਲਿਆ ਹੈ ਕਿ ਇੱਕ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਸਾਡਾ ਟਿਕਾਣਾ ਨਹੀਂ ਹੋ ਸਕਦਾ, ਹੋਰ ਕੋਈ ਵੀ ਸਾਡਾ ਆਸਰਾ ਨਹੀਂ ਹੋ ਸਕਦਾ। ਮਹੱਲ ਕਦੀ ਆਸਰਾ ਨਹੀਂ ਬਣ ਸਕਦੇ, ਪਰਿਵਾਰ ਕਦੀ ਆਸਰਾ ਨਹੀਂ ਬਣ ਸਕਦਾ। ਮਹਾਰਾਜ ਕਹਿੰਦੇ ਮੈਂ ਦਾਅਵੇ ਨਾਲ ਕਹਿਣਾ ਹੈ, ਆਪਣੇ ਗੁਰੂ ਤੋਂ ਪੁੱਛ ਕੇ ਕਹਿ ਰਿਹਾ ਹੈ, ਉਸ ਵਾਹਿਗੁਰੂ 'ਚ ਅਭੇਦ ਹੋ ਕੇ ਕਹਿ ਰਿਹਾ ਹੈ ਕਿ ਇੱਕ ਵਾਹਿਗੁਰੂ ਤੋਂ ਬਿਨਾ ਜਿਹੜੀ ਜਿੰਦ ਹੈ ਇਹ ਸੜ ਬਲ ਜਾਂਦੀ ਹੈ ਔਰ ਇੱਕ ਵਾਹਿਗੁਰੂ ਤੋਂ ਬਿਨਾ ਸਾਡਾ ਕੋਈ ਵੀ ਪਦਾਰਥ ਆਸਰਾ ਨਹੀਂ ਬਣ ਸਕਦਾ। ਰਹਾਉ। ਇੱਥੇ ਮਹਾਰਾਜ ਨੇ ਠਹਿਰਾਓ ਦਿੱਤਾ। ਰਹਾਓ ਦਾ ਅਰਥ ਹੁੰਦਾ ਠਹਿਰਾਓ। ਇਹਦਾ ਮਤਲਬ ਹੁੰਦਾ ਵੀ ਇਹ ਜਿਹੜੀਆਂ ਤੁਕਾਂ ਆਈਆਂ ਨੇ ਨਾ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਓ। ਇਹ ਦੋ ਤੁਕਾਂ ਪੂਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ। ਜਿੱਥੇ ਵੀ ਰਹਾਓ ਸ਼ਬਦ ਆਇਆ ਭਾਵ ਉਹ ਤੁਕਾਂ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੋਣਗੀਆਂ। ਔਰ ਖਾਸ ਕਰਕੇ ਮਹਾਰਾਜ ਜੀ ਨੇ ਕੀਰਤਨੀਏ ਸਿੰਘਾਂ ਨੂੰ ਵੀ ਇਹ ਹਦਾਇਤ ਕੀਤੀ ਹੈ ਵੀ ਭਾਈ ਇਹਨਾਂ ਤੁਕਾਂ ਨੂੰ ਹੀ ਸਥਾਈ ਬਣਾਇਓ, ਬਾਕੀ ਤੁਕਾਂ ਅੰਤਰਾ ਹੋਣੀਆਂ ਚਾਹੀਦੀਆਂ। ਪਰ ਅੱਜ ਕੱਲ੍ਹ ਤਾਂ ਸਾਰਾ ਕੁਝ ਉਲਟ ਪੁਲਟ ਚੱਲ ਪਿਆ ਨਾ, ਜਿਹੜੀ ਮਰਜ਼ੀ ਤੁਕ ਨੂੰ ਸਥਾਈ ਬਣਾ ਲਿਆ ਜਾਂਦਾ ਹੈ, ਜਿਹਨੂੰ ਮਰਜ਼ੀ ਅੰਤਰ ਵਾਲਾ ਬਣਾ ਲਿਆ ਜਾਂਦਾ ਹੈ। ਪਰ ਅਸਲ ਦੇ ਵਿੱਚ ਰਹਾਓ ਦੀ ਤੁਕ ਸਥਾਈ ਹੁੰਦੀ ਹੈ, ਬਾਕੀ ਤੁਕਾਂ ਅੰਤਰਾ ਹੁੰਦੀਆਂ। ਰਹਾਓ ਸਥਾਈ ਦਾ ਅਰਥ ਜਿਹਨੂੰ ਵਾਰ-ਵਾਰ ਰਿਪੀਟ ਕੀਤਾ ਜਾਂਦਾ ਹੈ, ਕਿਉਂਕਿ ਮਹਾਰਾਜ ਕਹਿੰਦੇ ਵੀ ਇੱਥੇ ਰੁਕ ਜਾਓ, ਸਮਝੋ ਪਹਿਲਾਂ ਕਿ ਇਹ ਪੂਰੇ ਸ਼ਬਦ ਦਾ ਤੱਤ ਭਾਵ ਕੀ ਹੈ। ਤੋ ਇਹਨਾਂ ਤੁਕਾਂ ਵਿੱਚ ਮਹਾਰਾਜ ਜੀ ਤੱਤ ਭਾਵ ਸਮਝਾ ਕੇ ਅੱਗੇ ਬਖਸ਼ਿਸ਼ ਕਰਦੇ ਹਨ। ਧਰਤੀ ਤਾਹੀਰੇ ਲਾਲ ਜੜਤੀ, ਪਲਗ ਲਾਲ ਜੜਾਓ। ਹੁਣ ਦੂਜੇ ਪ੍ਰਕਾਰ ਦੀ ਮਾਇਆ ਦਾ ਜ਼ਿਕਰ ਆਏਗਾ। ਮਹਾਰਾਜ ਕਹਿੰਦੇ ਜਿਸ ਜਗ੍ਹਾ ਤੇ ਮੈਂ ਜਿਸ ਧਰਤੀ ਤੇ ਰਹਿੰਦਾ ਹੋਵਾਂ ਉਹ ਹੀਰੇ ਤੇ ਲਾਲਾਂ ਨਾਲ ਜੜੀ ਹੋਵੇ। ਜਿਸ ਪਲੰਗ ਤੇ ਮੈਂ ਆਰਾਮ ਕਰਨਾ, ਇਹਨੂੰ ਵੈਸੇ ਅਰਥੇ ਦਾ ਪਲੰਗ ਬਣੇਗਾ ਪਰ ਪੜ੍ਹਨਾ ਇਹਨੂੰ ਪਲਗ ਲਾਲ ਜੜਾਓ, ਇਸ ਤਰ੍ਹਾਂ ਹੀ ਪੜ੍ਹਨਾ ਹੈ। ਮਹਾਰਾਜ ਕਹਿੰਦੇ ਜਿਸ ਪਲੰਗ ਤੇ ਮੈਂ ਆਰਾਮ ਕਰਾਂ ਉਹ ਲਾਲਾਂ ਦੇ ਨਾਲ ਜੜਿਆ ਹੋਵੇ। ਮੋਹਣੀ ਮੁਖਮਣੀ ਸੋਹੈ, ਕਰੇ ਰੰਗ ਪਸਾਓ। ਔਰ ਮਹਾਰਾਜ ਕਹਿੰਦੇ ਸੋਹਣੀ ਇਸਤਰੀ ਹੋਵੇ ਜਿਹਦੇ ਮੁਖ ਤੇ ਸੋਹਣੀ ਮਣੀ ਸੋਭਰੀ ਹੋਵੇ, ਤੋ ਬੜੇ ਪਿਆਰ ਦੇ ਕੌਤਕ, ਬੜੇ ਸੋਹਣੇ ਹਾਵ ਭਾਵ ਕਰ ਰਹੀ ਹੋਵੇ। ਤੁਸੀਂ ਦੇਖੋ ਹਰ ਮਨੁੱਖ ਚਾਹੁੰਦਾ ਨਾ ਵੀ ਐਸੀ ਇਸਤਰੀ ਹੋਵੇ ਜਿਹੜੇ ਢੰਗ ਦੇ ਹਾਵ ਭਾਵ ਕਰੇ ਔਰ ਮੇਰੇ ਮਨ ਨੂੰ ਬੜੀ ਸੰਤੁਸ਼ਟੀ ਮਿਲੇ। ਹੁਣ ਇਹ ਕੀ ਹੈ? ਇਹ ਚੇਤਨ ਮਾਇਆ। ਹੁਣ ਇਸਤਰੀ ਤੁਰ ਫਿਰ ਸਕਦੀ ਹੈ ਨਾ, ਇਹ ਚੇਤਨ ਮਾਇਆ ਦਾ ਜ਼ਿਕਰ ਹੋ ਰਿਹਾ। ਮਹਾਰਾਜ ਕਹਿੰਦੇ ਭਾਵੇਂ ਇਹ ਸਹੂਲਤਾਂ ਵੀ ਮਿਲ ਜਾਣ, ਮਤ ਦੇਖ ਭੂਲਾ ਵਿਸਰੈ,
ਤੇਰਾ ਚਿਤ ਨ ਆਵੈ ਨਾਉ। ਪਰ ਇਸ ਪਦਾਰਥ ਵਿੱਚ ਰਹਿ ਕੇ ਵੀ ਮੈਨੂੰ ਇਹੀ ਪਰਵਾਹ ਹੈ ਕਿ ਵਾਹਿਗੁਰੂ ਮਤਾ ਕਿਤੇ ਮੈਂ ਤੈਨੂੰ ਭੁੱਲ ਨਾ ਜਾਵਾਂ, ਤੇਰੀ ਯਾਦ ਨਾ ਕਿਤੇ ਵਿਸਰ ਜਾਵੇ। ਇਹ ਨਾ ਹੋਵੇ ਕਿ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਵਸੇ ਹੀ ਨਾ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ। ਹੁਣ ਇੱਥੇ ਈਸ਼ਵਰੀਏ ਮਾਇਆ ਦਾ ਜ਼ਿਕਰ ਹੋ ਰਿਹਾ। ਮਹਾਰਾਜ ਕਹਿੰਦੇ ਸਿੱਧ ਹੋਵਾ, ਮੈਂ ਪੁੱਗਿਆ ਹੋਇਆ ਜੋਗੀ ਬਣ ਜਾਵਾਂ, ਸਿੱਧ ਲਾਈ ਔਰ ਜੋਗ ਅਵਸਥਾ ਕਮਾਉਂਦਿਆਂ ਕਾਮਯਾਬੀ ਵੀ ਮਿਲ ਜਾਵੇ। ਮਹਾਰਾਜ ਕਹਿੰਦੇ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ, ਔਰ ਰਿੱਧੀਆਂ ਸਿੱਧੀਆਂ ਨੂੰ ਆਵਾਜ਼ ਮਾਰਾਂ ਔਰ ਰਿੱਧੀਆਂ ਸਿੱਧੀਆਂ ਪ੍ਰਾਪਤ ਵੀ ਹੋ ਜਾਣ। ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ। ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ। ਮਹਾਰਾਜ ਕਹਿੰਦੇ ਹੁਣ ਰਿੱਧੀਆਂ ਸਿੱਧੀਆਂ ਮਿਲ ਗਈਆਂ, ਕਦੀ ਗੁਪਤ ਹੋ ਜਾਵਾਂ ਕਦੀ ਪ੍ਰਗਟ ਹੋ ਜਾਵਾਂ। ਇਸ ਤਰ੍ਹਾਂ ਮੈਂ ਰਿੱਧੀਆਂ ਸਿੱਧੀਆਂ ਦੀ ਵਰਤੋਂ ਕਰਦਾ ਹੋਵਾਂ ਤੇ ਲੋਕ ਮੇਰੇ ਨਾਲ ਬੜਾ ਪ੍ਰੇਮ ਕਰਦੇ ਹੋਣ, ਬੜੀ ਮੇਰੇ ਤੇ ਸ਼ਰਧਾ ਕਰਦੇ ਹੋਣ ਵੀ ਇਹ ਤਾਂ ਪੁੱਗਿਆ ਹੋਇਆ ਜੋਗੀ ਹੈ। ਹੁਣ ਇਹ ਵੀ ਤਾਂ ਇੱਕ ਤਰ੍ਹਾਂ ਦੀ ਮਾਇਆ ਹੀ ਹੈ ਨਾ ਸਾਧ ਸੰਗਤ। ਜਦੋਂ ਬੰਦੇ ਨੂੰ ਧਰਮ ਦੀ ਕੋਈ ਪਦਵੀ ਮਿਲਦੀ ਹੈ ਔਰ ਲੋਕ ਉਹਦੇ ਪਿੱਛੇ ਚੱਲਦੇ ਨੇ, ਉਹਦੇ ਤੇ ਸ਼ਰਧਾ ਕਰਦੇ ਨੇ, ਇਹ ਵੀ ਇੱਕ ਤਰ੍ਹਾਂ ਦੀ ਮਾਇਆ ਹੀ ਹੁੰਦੀ ਹੈ। ਜਦੋਂ ਮਨੁੱਖ ਨੂੰ ਬੰਦਗੀ ਕਰਦਿਆਂ ਕਰਦਿਆਂ ਕੋਈ ਰਿੱਧੀਆਂ ਸਿੱਧੀਆਂ ਮਿਲ ਜਾਣ, ਇਹ ਰਿੱਧੀਆਂ ਸਿੱਧੀਆਂ ਜੇ ਰੱਬ ਦੀ ਯਾਦ ਭੁਲਾ ਦੇਣ ਤਾਂ ਇਹ ਰਸਤੇ 'ਚ ਰੁਕਾਵਟ ਬਣ ਗਈ। ਇਹ ਵੀ ਇੱਕ ਤਰ੍ਹਾਂ ਦੀ ਮਾਇਆ ਹੀ ਹੈ। ਤੇ ਮਹਾਰਾਜ ਅੱਗੋਂ ਵੇਖੋ ਕੀ ਬਖਸ਼ਿਸ਼ ਕਰਦੇ ਹਨ। ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੈ ਨਾਉ। ਤੇ ਸਤਿਗੁਰੂ ਜੀ ਫਿਰ ਇਹੀ ਕਹਿੰਦੇ ਨੇ ਕਿ ਭਾਵੇਂ ਰਿੱਧੀਆਂ ਸਿੱਧੀਆਂ ਮਿਲ ਜਾਣ ਪਰ ਮੈਨੂੰ ਇਹੀ ਪਰਵਾਹ ਹੈ ਕਿ ਵਾਹਿਗੁਰੂ ਮਤਾ ਕਿਤੇ ਇਹ ਰਿੱਧੀਆਂ ਸਿੱਧੀਆਂ ਵਿੱਚ ਰਹਿ ਕੇ ਮੈਂ ਤੈਨੂੰ ਨਾ ਭੁੱਲ ਜਾਵਾਂ, ਤੇਰੀ ਯਾਦ ਨਾ ਵਿਸਰ ਜਾਵੇ। ਇਹ ਨਾ ਹੋਵੇ ਵੀ ਤੇਰਾ ਨਾਮ ਮੇਰੇ ਚਿੱਤ ਵਿੱਚ ਵਸੇ ਹੀ ਨਾ। ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਉ। ਹੁਣ ਚੌਥੇ ਪ੍ਰਕਾਰ ਦੀ ਮਾਇਆ ਦਾ ਜ਼ਿਕਰ ਹੋ ਰਿਹਾ, ਰਾਜਸੀ ਮਾਇਆ। ਮਹਾਰਾਜ ਕਹਿੰਦੇ ਭਾਵੇਂ ਮੈਂ ਸੁਲਤਾਨ ਬਾਦਸ਼ਾਹ ਬਣ ਜਾਵਾਂ, ਮੇਰੇ ਕੋਲ ਫੌਜਾਂ ਹੋਣ ਲਸ਼ਕਰ ਹੋਣ ਤੇ ਤਖਤ ਦੇ ਉੱਤੇ ਮੈਂ ਪੈਰ ਰੱਖਦਾ ਹੋਵਾਂ, ਭਾਵ ਮੈਨੂੰ ਬੜੀ ਤਗੜੀ ਹਕੂਮਤ ਮਿਲ ਜਾਵੇ, ਮੈਂ ਹਾਕਮ ਬਣ ਜਾਵਾਂ, ਬਾਦਸ਼ਾਹ ਬਣ ਜਾਵਾਂ। ਅੱਗੋਂ ਮਹਾਰਾਜ ਫਰਮਾਉਂਦੇ ਹਨ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਹਾਰਾਜ ਕਹਿੰਦੇ ਮੇਰਾ ਹੁਕਮ ਦੁਨੀਆ ਤੇ ਚੱਲਦਾ ਹੋਵੇ, ਤਖਤ ਤੇ ਬੈਠਦਾ ਹੋਵਾਂ, ਹੁਕਮ ਮੇਰਾ ਚੱਲਦਾ ਹੋਵੇ। ਪਰ ਮਹਾਰਾਜ ਇੱਕ ਗੱਲ ਸਮਝਾਉਂਦੇ ਨੇ, ਭਾਈ ਇਹ ਸਾਰਾ ਰਾਜ ਭਾਗ ਤਾਂ ਹਵਾ ਦੇ ਬੁੱਲੇ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਹਵਾ ਦਾ ਬੁੱਲਾ ਆਇਆ ਤੇ ਗਿਆ, ਪਤਾ ਹੀ ਨਹੀਂ ਲੱਗਿਆ ਕਦੋਂ ਆਇਆ ਤੇ ਕਦੋਂ ਚਲਾ ਗਿਆ, ਇਸੇ ਪ੍ਰਕਾਰ ਰਾਜ ਵੀ ਕਦੀ ਆ ਜਾਂਦਾ ਹੈ ਤੇ ਕਦੀ ਚਲੇ ਜਾਂਦਾ ਹੈ। ਇਹਨੂੰ ਸਦੀਵੀ ਟਿਕਾਣਾ ਨਾ ਸਮਝ ਲਿਓ। ਪਰ ਭਾਵੇਂ ਇਹ ਪਦਾਰਥ ਇਹ ਰਾਜ ਭਾਗ ਮਿਲ ਜਾਵੇ, ਪਰ ਮਹਾਰਾਜ ਕਹਿੰਦੇ ਮੈਨੂੰ ਇਹਦੀ ਪਰਵਾਹ ਨਹੀਂ। ਕਾਹਦੀ ਪਰਵਾਹ ਹੈ? ਅੱਗੇ ਮਹਾਰਾਜ ਫਰਮਾਉਂਦੇ ਹਨ, ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੈ ਨਾਉ। ਮੈਨੂੰ ਇਹੀ ਪਰਵਾਹ ਹੈ ਕਿ ਵਾਹਿਗੁਰੂ ਮਤਾ ਕਿਤੇ ਇਹ ਰਾਜ ਭਾਗ ਵੇਖ ਕੇ ਮੈਂ ਤੈਨੂੰ ਨਾ ਭੁੱਲ ਜਾ, ਤੇਰੀ ਯਾਦ ਨਾ ਵਿਸਰ ਜਾਵੇ। ਇਹ ਨਾ ਹੋਵੇ ਕਿ ਮੇਰੇ ਚਿੱਤ ਵਿੱਚ ਤੇਰਾ ਨਾਮ ਹੀ ਨਾ ਵਸੇ। ਤੋ ਇਸ ਪ੍ਰਕਾਰ ਸਾਧ ਸੰਗਤ ਮਹਾਰਾਜ ਜੀ ਕੁੱਲ ਕਾਇਨਾਤ ਨੂੰ ਕਲਯੁਗ ਦੇ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਨੇ ਔਰ ਇਹ ਕਹਿੰਦੇ, ਇਹ ਸਮਝਾ ਰਹੇ ਨੇ ਕਿ ਦੇਖੋ ਪਦਾਰਥ ਹੋਣਾ ਨਾ ਹੋਣਾ ਮੈਟਰ ਨਹੀਂ ਕਰਦਾ। ਇਹ ਨਾ ਸੋਚੋ ਵੀ ਜਿਹਦੇ ਕੋਲ ਪਦਾਰਥ ਨਹੀਂ ਉਹੀ ਬੰਦਾ ਸੜਦਾ ਬਲਦਾ ਹੋਊਗਾ। ਮਹਾਰਾਜ ਕਹਿੰਦੇ ਸੜਨ ਬਲਣ ਦਾ ਇੱਕੋ ਹੀ ਕਾਰਨ ਹੈ ਕਿ ਰੱਬ ਦੀ ਯਾਦ ਭੁੱਲ ਜਾਣੀ। ਜੇ ਰੱਬ ਦੀ ਯਾਦ ਹੈ ਤਾਂ ਬੰਦਾ ਕੱਖਾਂ ਦੀ ਕੁੱਲੀ 'ਚ ਬੈਠ ਕੇ ਵੀ ਬਾਦਸ਼ਾਹ ਹੈ, ਤੇ ਜੇ ਰੱਬ ਦੀ ਯਾਦ ਨਹੀਂ ਤੇ ਬੰਦਾ ਮਹੱਲਾਂ ਵਿੱਚ ਬੈਠ ਕੇ ਵੀ ਭਿਖਾਰੀ ਹੀ ਹੁੰਦਾ ਹੈ ਸਾਧ ਸੰਗਤ। ਤੋ ਇਸ ਪਰ ਕਰਕੇ ਮਹਾਰਾਜ ਕਹਿੰਦੇ ਪਦਾਰਥ ਹੋਣੇ ਮਾੜੀ ਗੱਲ ਨਹੀਂ, ਪਰ ਪਦਾਰਥਾਂ ਦੇ ਵਿੱਚ ਰਹਿ ਕੇ ਰੱਬ ਨਾ ਭੁੱਲੇ। ਇਸ ਭੈ ਵਿੱਚ ਜਿਉਵੋ। ਜਿੰਨੀ ਦੇਰ ਤੱਕ ਤੁਹਾਨੂੰ ਇਹ ਭੈ ਰਵੇਗਾ ਨਾ ਵੀ ਰੱਬ ਨਾ ਭੁੱਲ ਜਾਵੇ, ਰੱਬ ਨਾ ਭੁੱਲ ਜਾਵੇ, ਇਹੀ ਭੈ ਤੁਹਾਨੂੰ ਵਾਰ-ਵਾਰ ਰੱਬ ਦੀ ਯਾਦ ਦਿਵਾਏਗਾ। ਜਿਹੜੇ ਗੁਰਮੁਖ ਜਨ ਪਦਾਰਥਾਂ ਵਿੱਚ ਰਹਿ ਕੇ, ਕਿਉਂਕਿ ਤੁਸੀਂ ਦੇਖੋ ਕਲਯੁਗ ਦਾ ਹੀ ਪ੍ਰਭਾਵ ਹੁੰਦਾ ਨਾ ਵੀ ਅਸੀਂ ਕਈ ਵਾਰੀ ਬੰਦਗੀ ਕਰਨ ਲੱਗੀਏ ਤੇ ਪਦਾਰਥ ਦੇਣੇ ਸ਼ੁਰੂ ਕਰ ਦਿੰਦਾ ਹੈ ਵਾਹਿਗੁਰੂ। ਕਈ ਵਾਰੀ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ, ਕਈ ਵਾਰੀ ਬਰਕਤਾਂ ਪੈਣ ਲੱਗ ਪੈਂਦੀਆਂ, ਕਈ ਵਾਰੀ ਪਦਾਰਥ ਮਿਲਣ ਲੱਗ ਪੈਂਦੇ ਆ। ਦੁੱਖ ਵੇਲੇ ਤਾਂ ਬੰਦਗੀ ਸ਼ੁਰੂ ਕੀਤੀ ਸੀ, ਪਰ ਜਦੋਂ ਬਰਕਤਾਂ ਮਿਲੀਆਂ ਉਦੋਂ ਫਿਰ ਰੱਬ ਭੁੱਲ ਜਾਂਦਾ, ਉਦੋਂ ਫਿਰ ਅਸੀਂ ਪਾਠ ਛੱਡ ਦਿੰਦੇ ਹਾਂ, ਸਿਮਰਨ ਛੱਡ ਦਿੰਦੇ ਹਾਂ, ਸੇਵਾ ਛੱਡ ਦਿੰਦੇ ਹਾਂ। ਤਾਂ ਮਹਾਰਾਜ ਕਹਿੰਦੇ ਵੀ ਤੁਹਾਨੂੰ ਇਹ ਭੈ ਰਹਿਣਾ ਚਾਹੀਦਾ ਹੈ ਵੀ ਜਿਵੇਂ ਜਿਵੇਂ ਪਦਾਰਥ ਵਧਣ ਤੁਹਾਡੇ ਅੰਦਰ ਭੈ ਵੱਧਦਾ ਜਾਣਾ ਚਾਹੀਦਾ ਹੈ ਵੀ ਪਦਾਰਥ ਵੱਧ ਰਹੇ ਨੇ, ਕਿਤੇ ਰੱਬ ਨਾ ਭੁੱਲ ਜਾਵੇ, ਕਿਉਂਕਿ ਪਦਾਰਥ ਰੱਬ ਭੁੱਲਣ ਦਾ ਕਾਰਨ ਬਣ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਪਦਾਰਥ ਹੋਣਾ
ਜਾਂ ਇਹ ਜੋ ਵੀ ਸੁੱਖ ਸਹੂਲਤਾਂ ਹਨ, ਇਹ ਹੋਣਾ ਮਾੜੀ ਗੱਲ ਨਹੀਂ। ਜੇ ਰੱਬ ਦੀ ਯਾਦ ਹੈ ਤੇ ਘਰ ਕਦੀ ਮਾਇਆ ਨਹੀਂ ਹੋ ਸਕਦਾ, ਪਰਿਵਾਰ ਕਦੀ ਮਾਇਆ ਨਹੀਂ ਹੋ ਸਕਦੇ। ਪਰ ਜੇ ਰੱਬ ਦੀ ਯਾਦ ਭੁੱਲ ਗਈ, ਫਿਰ ਪਰਿਵਾਰ ਵੀ ਮਾਇਆ ਬਣ ਜਾਂਦਾ ਹੈ, ਮਕਾਨ ਵੀ ਮਾਇਆ ਬਣ ਜਾਂਦੇ ਹਨ। ਔਰ ਅਕਸਰ ਆਪਾਂ ਇੱਕ ਗੱਲ ਕਰਦੇ ਹੁੰਦੇ ਆ, ਗੁਰਮੁਖ ਤੇ ਮਨਮੁਖ ਦੇ ਵਿੱਚ ਇਹੀ ਅੰਤਰ ਹੁੰਦਾ ਹੈ ਸਤ ਸੰਗਤ, ਕਿ ਮਨਮੁਖ ਬੰਦਾ ਦਾਤਾਂ ਨੂੰ ਵੇਖ ਕੇ ਦਾਤੇ ਨੂੰ ਭੁੱਲ ਜਾਂਦਾ ਹੈ, ਔਰ ਗੁਰਮੁਖ ਬੰਦਾ ਦਾਤਾਂ ਨੂੰ ਵੇਖ ਕੇ ਹੀ ਦਾਤੇ ਨੂੰ ਯਾਦ ਕਰ ਲੈਂਦਾ ਹੈ। ਹੁਣ ਤੁਸੀਂ ਵੇਖੋ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਹੁਣ ਗੁਰੂ ਅਰਜਨ ਸਾਹਿਬ ਪਦਾਰਥਾਂ ਨੂੰ ਦਿਖਾ ਕੇ ਹੀ ਰੱਬ ਚੇਤੇ ਕਰਾ ਰਹੇ ਆ ਨਾ। ਆ ਵੇਖ, ਜਿੰਨੇ ਤੈਨੂੰ ਮਕਾਨ ਦਿੱਤਾ, ਜਿੰਨੇ ਦਿੱਤਾ ਉਹਨੂੰ ਯਾਦ ਕਰ। ਆ ਜਿੰਨੇ ਤੈਨੂੰ ਸੋਹਣੇ ਭੋਜਨ ਦਿੱਤੇ, ਜਿੰਨੇ ਦਿੱਤੇ ਉਹਨੂੰ ਯਾਦ ਕਰ। ਫਿਰ ਜਦੋਂ ਇਹ ਦਾਤਾਂ ਨੂੰ ਵੇਖਦਾ ਹੈ ਗੁਰਮੁਖ, ਦਾਤਾਂ 'ਚ ਉਹਨੂੰ ਦਾਤਾ ਯਾਦ ਆਉਂਦਾ ਹੈ। ਪਰ ਜਿਹੜਾ ਮਨਮੁਖ ਹੈ ਉਹ ਘਰ ਵੇਖ ਕੇ ਰੱਬ ਭੁੱਲ ਜੂ, ਪਰਿਵਾਰ ਵੇਖ ਕੇ ਰੱਬ ਭੁੱਲ ਜੂ, ਦਾਤਾਂ ਵੇਖ ਕੇ ਦਾਤੇ ਨੂੰ ਭੁੱਲ ਜਾਂਦਾ ਹੈ। ਦਿੰਦਾ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਉਹਨੂੰ ਹੀ ਮਨਮੁਖ ਕਹਿੰਦੇ ਨੇ। ਅਤੇ ਸਤਿਗੁਰੂ ਅੱਗੇ ਅਰਦਾਸ ਕਰੀਏ ਸਤ ਸੰਗਤ, ਸਤਿਗੁਰੂ ਜੀ ਤੂੰ ਪਦਾਰਥ ਬਖਸ਼ ਭਾਵੇਂ ਨਾ ਬਖਸ਼, ਪਰ ਸਾਨੂੰ ਇਹੀ ਪਰਵਾਹ ਹੈ ਕਿ ਕਿਤੇ ਤੂੰ ਨਾ ਭੁੱਲ ਜਾਵੇਂ। ਇਸ ਕਰਕੇ ਵਾਹਿਗੁਰੂ ਜੀ ਸਦਾ ਹੀ ਆਪਣੀ ਯਾਦ ਬਖਸ਼, ਅਸੀਂ ਕਦੀ ਵੀ ਮਾਇਆ ਦੇ ਪ੍ਰਭਾਵ ਹੇਠ ਨਾ ਆ ਸਕੀਏ। ਗੁਰੂ ਨਾਨਕ ਸਾਹਿਬ ਅਸੀਂ ਸਦਾ ਤੇਰੇ ਪ੍ਰਭਾਵ ਅਧੀਨ ਹੀ ਰਹੀਏ। ਤੋ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਸਤ ਸੰਗਤ, ਸਤਿਗੁਰੂ ਬਖਸ਼ਿੰਦ ਹਨ, ਬਖਸ਼ ਲੈਣ ਜੀ। ਆਓ ਆਖਰੀ 2 ਤੁਕਾਂ ਪੜ੍ਹ ਕੇ ਸਤ ਸੰਗਤ ਫਿਰ ਆਪਾਂ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।